सत श्री अकाल जी। मैं आजाद सिंह, तुसी देख रहे हो विनिंग पंजाब का स्पैशल प्रोग्राम जिहदे विच असीं चर्चा करते हैं उन्हां खबरां दी जो बनदियां ने मुद्दा। सो अज किहड़ी खबर बनी आ मुद्दा उहदे उत्ते चर्चा करांगे। सब तो पहलां चर्चा करांगे सेहत माफ़ करना खेतीबाड़ी मंत्री साबका खेतीबाड़ी मंत्री काका रणदीप सिंह नाभा जिन्हां वल्लों ਵੱਡਾ खुलासा किया गया है, ਵੱਡੇ घोटाले का पर्दाफाश किया गया, ਉਹਦੇ ਉੱਤੇ चर्चा करांगे ਤੇ ਨਾਲ ਦੀ ਨਾਲ चर्चा करांगे उस घोटाले की जो साबका सेहत मंत्री ते साबका डिप्टी सीएम उन्हां वल्लों किया गया ते की घोटाला उन्हां वल्लों किया गया ਉਹਦਾ भी पर्दाफाश करांगे। ते इन्हां खबरां दे उत्ते चर्चा करन दे लई साडे नाल स्टूडियो दे विच साडे नाल जुड़े ने सीनियर पत्रकार एस परशोत्तम जी। सब तो पहलां उन्हां दा स्वागत करते हैं। एस परशोत्तम जी, स्वागत है जी तुहाडा प्रोग्राम दे विच। धन्यवाद जी, स्वागत जी सारिਆਂ ਦਾ जी। सब तो पहलां खबर लैंदे हैं जी साबका खेतीबाड़ी मंत्री ने काका रणदीप सिंह नाभा जी जिन्हां वल्लों 1178 करोड़ रुपए का जो घपला दस्सिया गया है, उन्होंने खेतीबाड़ी मंत्री हुंदियां होया यह घपला किया गया तो उन्होंने वल्लों बकायदा इस घपले की जो जानकारी है वह केंद्र सरकार नूं दित्ती गई है। प्रधानमंत्री मोदी नूं चिट्ठी लिख के CBI जांच की मंग की गई है। सो किस तरह देख रहे हो इस घोटाले नूं? ਪਹਿਲਾਂ ਤਾਂ ਜੀ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬਹੁਤ ਸਵਾਗਤ ਹੈ ਜੀ ਮੇਰੇ ਵੱਲੋਂ। ਪਰ ਆਜ਼ਾਦ ਜੀ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਜਿਵੇਂ ਘੁਟਾਲੇ ਦਰ ਘੁਟਾਲੇ ਨਸ਼ਰ ਹੋ ਰਹੇ ਆ, ਇੰਜ ਲੱਗ ਰਿਹਾ ਜਿਵੇਂ ਪੰਜਾਬ ਜਿਹੜੀ ਆ ਪੰਜਾਬ ਦੀ ਸਰਕਾਰਾਂ ਰਹੀਆਂ ਨੇ ਜਾਂ ਪੰਜਾਬ ਦੀ ਧਰਤੀ ਹੁਣ ਤੱਕ ਇਹ ਘੁਟਾਲਿਆਂ ਨਾਲ ਹੀ ਸਿੰਜਦੀ ਰਹੀ ਆ। ਜੀ ਬਿਲਕੁਲ, ਇਹਦਾ ਜਿਹੜਾ ਇਤਿਹਾਸ ਬੜਾ ਬਹਾਦਰ ਆ ਪੰਜਾਬ ਦਾ। ਪਰ ਘੁਟਾਲਿਆਂ ਦਾ ਘੁਟਾਲੇ ਦਰ ਘੁਟਾਲੇ ਪਰਦਾ ਫਾਸ਼ ਹੋਣ ਕਰਕੇ ਇਉਂ ਲੱਗ ਰਿਹਾ ਲੋਕਾਂ ਦਾ ਜਿਹੜਾ ਪ੍ਰਸ਼ਾਸਨ ਦੇ ਉੱਤੋਂ ਸਰਕਾਰਾਂ ਦੇ ਉੱਤੋਂ ਵਿਸ਼ਵਾਸ ਵੀ ਆਉਣ ਵਾਲੇ ਦਿਨਾਂ 'ਚ ਕੁਝ ਦੂਰ ਹੁੰਦਾ ਜਾਵੇਗਾ। ਭਾਵੇਂ ਕਿ ਪਹਿਲੋਂ ਹੀ ਨਿਰਾਸ਼ਾ ਦੇ ਵਿੱਚੋਂ ਇੱਕ ਨਵੀਂ ਕਿਰਨ ਨੂੰ ਵੇਖਦਿਆਂ ਪੰਜਾਬ ਦੇ ਵੋਟਰਾਂ ਨੇ ਭਗਵੰਤ ਮਾਨ ਦੀ ਜਿਹੜੀ ਅਗਵਾਈ ਵਾਲੀ ਹੈ ਸਰਕਾਰ ਆ ਉਹਦੇ ਹੱਕ 'ਚ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲੈ ਕੇ ਆਂਦਾ। ਜੀ ਬਿਲਕੁਲ, ਜਿਹੜਾ ਉਹਨਾਂ ਦੀ ਕਿਰਨ ਦਿਖਾਈ ਦਿੱਤੀ ਆ ਉਹ ਲੱਗਦਾ ਕਿਤੇ ਨਾ ਕਿਤੇ ਉਹ ਆਪਣਾ ਰੋਸ਼ਨੀ ਕਰ ਰਹੀ ਆ। ਜਿਹੜੇ ਕਿ ਘੁਟਾਲਿਆਂ ਦਾ ਅੰਧੇਰਾ ਸੀਗਾ, ਅੰਧੇਰ ਨਗਰੀ ਬੱਚੀ ਵਿੱਚ ਚੌਪੜ ਰਾਜਾ ਹੋਇਆ ਪਿਆ ਸੀਗਾ, ਉਹਨੂੰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਜਿੱਥੋਂ ਤੱਕ ਰਣਦੀਪ ਸਿੰਘ ਕਾਕਾ ਨਾਭਾ ਜੀ ਦਾ ਸਵਾਲ ਆ, ਮੈਂ ਇੱਕ ਕਹਿਣਾ ਕਿ ਕੁਝ ਹੱਦ ਤੱਕ ਉਹਨਾਂ ਦੀ ਸਿਆਣਪ ਗਿਣੀ ਜਾ ਸਕਦੀ ਆ। ਨਹੀਂ ਤਾਂ ਹੁਣ ਤੱਕ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੇ ਘੁਟਾਲੇ ਨਸ਼ਰ ਕੀਤੇ ਆ ਉਹ ਕੋਈ ਵੀ ਸਾਬਕਾ ਮੰਤਰੀ ਜਾਂ ਉਹਦੇ ਕੋਈ ਸੀਨੀਅਰ ਆਗੂ ਕਾਂਗਰਸ ਦਾ ਚਾਹੇ ਅਕਾਲੀ ਦਲ ਦਾ ਕੋਈ ਅੱਗੇ ਨਹੀਂ ਆਇਆ ਜਿਹਨੇ ਇਹ ਦੱਸਿਆ ਹੋਵੇ ਕਿ ਮੇਰੇ ਵਿਭਾਗਾਂ ਵਿੱਚ ਇੰਨਾ ਘੁਟਾਲਾ ਹੋਇਆ। ਜੀ ਬਿਲਕੁਲ, ਕਿਉਂਕਿ ਇਸ ਸਮੇਂ ਪਿਛਲੇ ਦਿਨਾਂ 'ਚ ਜਿਹੜੀ ਭਗਵੰਤ ਮਾਨ ਜਿਹੜੇ ਸਰਕਾਰ ਦੇ ਵਿੱਚ ਸਿਹਤ ਮੰਤਰੀ ਸੀਗੇ ਡਾਕਟਰ ਵਿਜੇ ਸਿੰਗਲਾ, ਭਗਵੰਤ ਮਾਨ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਜੀ ਬਿਲਕੁਲ, ਕਿਉਂਕਿ ਉਹ ਜੋ ਲੈ ਕੇ ਆਏ ਆਪਣਾ ਮਿਸ਼ਨ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਸਿਰਜਣਾ ਕਰਨੀ, ਰੰਗਲੇ ਪੰਜਾਬ ਦੀ ਸਿਰਜਣਾ ਕਰਨੀ ਤੇ ਲੋਕਾਂ ਦਾ ਪ੍ਰਸ਼ਾਸਨ ਉੱਤੇ ਇੱਕ ਵਿਸ਼ਵਾਸ ਬਣਾਉਣਾ ਕਿ ਹੁਣ ਸਭ ਕੁਝ ਠੀਕ ਹੈ। ਹੁਣ 1178 ਕਰੋੜ ਰੁਪਏ ਦਾ ਖੇਤੀਬਾੜੀ ਦੇ ਵਿੱਚ ਜਿਹੜਾ ਰਣਦੀਪ ਸਿੰਘ ਕਾਕਾ ਨਾਭਾ ਵਾਲੇ ਜਿਹੜੇ ਸਾਬਕਾ ਮੰਤਰੀ ਆ, ਚੰਨੀ ਸਰਕਾਰ ਦੇ ਵਿੱਚ ਮੰਤਰੀ ਰਹੇ ਆ, ਉਹਨਾਂ ਵੱਲੋਂ ਇੱਕ ਜਿਹੜਾ ਘੁਟਾਲੇ ਉਹਦੇ ਵਿੱਚ ਉਹਨਾਂ ਦੇ ਕਾਰਜਕਾਲ ਸਾਹਮਣੇ ਜੋ ਉਹਨਾਂ ਨੂੰ ਦਿਖਾਈ ਦਿੱਤਾ ਜੀ ਬਿਲਕੁਲ 2019 ਤੋਂ ਲੈ ਕੇ 2021 ਤੱਕ
ਘੁਟਾਲਾ ਕੀ ਸੀਗਾ, ਇੱਕ ਬੜੀ ਸ਼ਰਮ ਆਉਂਦੀ ਆ ਇਹ ਗੱਲ ਕਰਦਿਆਂ ਕਿ ਕਿਸਾਨੀ ਕਿਸਾਨ ਜਿਹਨੂੰ ਅੰਨਦਾਤਾ ਕਿਹਾ ਜਾਂਦਾ ਤੇ ਜਿਹਦੇ ਉੱਤੇ ਐਡਾ ਤਗੜਾ ਇਲਜ਼ਾਮ ਲੱਗਦਾ ਕਿ ਪੰਜਾਬ ਦਾ ਹੀ ਨਹੀਂ ਦਿੱਲੀ ਦੀਆਂ ਹੱਦਾਂ ਤੱਕ ਦਾ ਵੀ ਇਹ ਜਿਹੜਾ ਪ੍ਰਦੂਸ਼ਣ ਆ, ਜਿਹੜੀ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਆ, ਉਹ ਜਿਹੜੀ ਆ ਪਰਾਲੀ ਸਾੜੀ ਜਾਂਦੀ ਝੋਨੇ ਦੀ, ਜੀ ਬਿਲਕੁਲ, ਉਹਦੇ ਲਈ ਕਿਸਾਨਾਂ ਨੂੰ ਇੱਕ ਦੋਸ਼ੀ ਠਹਿਰਾਇਆ ਜਾਂਦਾ ਜੀ। ਤੇ 1178 ਰੁਪਏ ਕਰੋੜ 1178 ਕਰੋੜ ਰੁਪਏ ਜੀ ਉਹ ਆਜ਼ਾਦ ਸਾਹਿਬ ਉਹ ਜਿਹੜਾ ਫਸਲਾਂ ਦਾ ਰਹਿੰਦ ਖੂੰਹਦ ਜੀ ਜਿਹਦੇ ਵਿੱਚ ਪਰਾਲੀ ਮੁੱਖ ਤੌਰ ਤੇ ਆ, ਜੀ ਜੀ ਬਿਲਕੁਲ, ਉਹਦੀ ਸਾਂਭ ਸੰਭਾਲ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਆ ਜੀ ਕਿ ਪੰਜਾਬ ਦੇ ਕਿਸਾਨਾਂ ਨੂੰ ਅਜਿਹੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਜਿਹਦੇ ਨਾਲ ਜਿਹੜੇ ਪ੍ਰਦੂਸ਼ਣ ਦਾ ਕਲੰਕ ਆ ਕਿਸਾਨਾਂ ਦੇ ਮੱਥੇ ਤੇ ਲਾਇਆ ਜਾਂਦਾ ਉਹ ਨਾ ਰਵੇ ਜੀ। ਪਰ ਬੜੇ ਦੁਖਦਾਈ ਗੱਲ ਹੈ ਕਿ ਪੰਜਾਬ ਦੇ ਅੰਨਦਾਤੇ ਨੂੰ ਲਗਾਤਾਰ ਬਦਨਾਮ ਕਰਨ ਲਈ ਇਹ ਪ੍ਰਕਿਰਿਆ ਜਾਰੀ ਰਹੀ ਤੇ ਜਿਹਦੇ ਵਿੱਚ ਮੰਤਰੀਆਂ ਤੇ ਨਾਲ ਜਿਹੜੇ ਕਿ ਆਪਾਂ ਅਕਸਰ ਸੁਣਦੇ ਆ ਜਾਂ ਹੁਣ ਤੱਕ ਵਿਚਾਰ ਸੀਗਾ ਕਿ ਆਈਐਸ ਅਫਸਰ ਜਿਹੜੇ ਆ ਉਹ ਸਰਕਾਰਾਂ ਨੂੰ ਚਲਾਉਂਦੇ ਆ ਤੇ ਜੇਕਰ ਕੋਈ ਮੰਤਰੀ ਜਾਂ ਵਿਧਾਇਕ ਕੋਈ ਗਲਤ ਕਾਰਵਾਈ ਕਰਨ ਲਈ ਉਹਨਾਂ ਦੇ ਬਜਟ ਹੁੰਦਾ ਤਾਂ ਉਹ ਆਪਣਾ ਬਕਾਇਦਾ ਡਿਸਾਈਡਿੰਗ ਨੋਟ ਦਿੰਦੇ ਆ ਕਿ ਮੈਂ ਇਸ ਕਾਰਵਾਈ ਨਾਲ ਸਹਿਮਤ ਨਹੀਂ, ਇਹ ਜਿਹੜਾ ਤੁਸੀਂ ਫੰਡ ਜਾਰੀ ਕਰ ਰਹੇ ਜੇ ਜਾਂ ਇਹਦੀ ਵਰਤੋਂ ਕਰ ਰਹੇ ਜੇ ਇਹਦੀ ਦੁਰਵਰਤੋਂ ਹੋ ਰਹੀ ਆ। ਪਰ ਹੁਣ ਦੇਖੋ ਜਿਹੜੀ ਕਿ ਰਣਜੀਤ ਸਿੰਘ ਕਾਕਾ ਜਿਹੜੇ ਖੇਤੀਬਾੜੀ ਮੰਤਰੀ ਰਹੇ ਨੇ ਉਹਨਾਂ ਨੇ ਪ੍ਰਗਟਾਵਾ ਕੀਤਾ ਕਿ ਮੈਂ ਸੀਬੀਆਈ ਨੂੰ ਪੱਤਰ ਲਿਖਿਆ, ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ। ਪ੍ਰਧਾਨ ਮੰਤਰੀ ਜਿਹੜੇ ਅਕਸਰ ਹੀ ਇਹ ਦਾਅਵਾ ਕਰਦੇ ਆ ਈਡੀ ਤੱਕ ਸੀਬੀਆਈ ਤੱਕ ਦੀ ਵਰਤੋਂ ਕਰਦੇ ਆ ਮਨੀ ਦੇ ਵਿੱਚ ਜੋ ਮਨੀ ਲਾਂਡਰਿੰਗ ਦੇ ਵਿੱਚ ਜੋ ਘੁਟਾਲੇ ਸਾਹਮਣੇ ਆਉਂਦੇ ਆ, ਪਰ ਉਹ ਵੀ 3 ਸਾਲ ਚੁੱਪ ਰਹੇ ਆ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜਾਂ ਇਉਂ ਕਰ ਲਓ ਕਿ ਉਹਨਾਂ ਨਾਲ ਮਿਲੇ ਸੀਗੇ ਕਿਉਂਕਿ ਉਹਨੇ ਉਸੇ ਕਾਰਜਕਾਲ 'ਚ ਹੀ ਇਹ ਕੈਪਟਨ ਸਰਕਾਰ ਦੇ ਕਾਰਜਕਾਲ 'ਚ ਹੀ ਹੋਇਆ ਘੁਟਾਲਾ। ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਕੈਬਨਿਟ ਵਿੱਚ ਲਿਆਂਦਾ ਗਿਆ ਜਾਂ ਮੁੱਖ ਮੰਤਰੀ ਪੰਜਾਬ ਚੰਨੀ ਬਣੇ, ਚੰਨੀ ਸਰਕਾਰ ਦੇ ਵਿੱਚ ਲਿਆਂਦਾ ਗਿਆ ਕੈਬਨਿਟ ਦੀ ਮੀਟਿੰਗ ਬਤਾ, ਤਾਂ ਉਦੋਂ ਵੀ ਇਹਨਾਂ ਫਾਈਲਾਂ ਤੇ ਦਬਾ ਦਿੱਤਾ ਗਿਆ ਤੇ ਕੱਟਾ ਪਾ ਦਿੱਤਾ ਗਿਆ ਕਿ ਦੱਬੀਆਂ ਰਹਿਣ। ਅੱਜ ਈਡੀ ਨੇ ਇਹ ਰਿਪੋਰਟ ਮੰਗ ਲਈ ਆ ਜੀ, ਈਡੀ ਨੇ ਬਕਾਇਦਾ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ। ਈਡੀ ਨੇ ਆਜ਼ਾਦ ਸਾਹਿਬ ਜਾਂਚ ਸ਼ੁਰੂ ਕਰਦਿਆਂ ਉਹਨੇ ਬੜਾ ਤਿੱਖੇ ਸ਼ਬਦਾਂ 'ਚ ਇੱਕ ਜਿਹੜੀ ਕਿ ਖੇਤੀਬਾੜੀ ਵਿਭਾਗ ਦੀ ਬੜੀ ਖਿਚਾਈ ਕੀਤੀ ਆ ਜੀ। ਬਿਲਕੁਲ, ਉਹਦੇ ਡਾਇਰੈਕਟਰ ਨੂੰ ਲਿਖਿਆ, ਡਾਕਟਰ ਗੁਰਵਿੰਦਰ ਸਿੰਘ ਨੂੰ ਲਿਖਿਆ ਜੀ ਕਿ ਜਿਹੜਾ ਤੇਰਾ ਭਾਗ ਆ 14 ਜੂਨ ਨੂੰ ਜਿਹੜਾ ਪੱਤਰ ਲਿਖਿਆ ਉਹਨਾਂ ਨੇ ਕਿਹਾ ਤੇਰਾ ਭਾਗ ਕੋਆਪਰੇਟਿਵ ਕਰਿਆ ਜਿਹੜਾ ਕਿ 1178 ਰੁਪਏ ਜਿਹੜੇ 1178 ਕਰੋੜ ਰੁਪਏ ਦੇ ਸੰਦ ਖਰੀਦੇ ਗਏ ਆ ਖੇਤੀਬਾੜੀ ਲਈ ਮੇਨ ਤੌਰ ਤੇ ਉਹ ਪਰਾਲੀ ਹੈ, ਜੋ ਪਰਾਲੀ ਦਾ ਮੁੱਦਾ ਉੱਠਦਾ ਰਿਹਾ ਕਿ ਪਰਾਲੀ ਸਾੜੀ ਜਾਂਦੀ ਹੈ। ਉਸਦੀ ਜੋ ਪਰਾਲੀ ਦੀ ਸਾਂਭ ਸੰਭਾਲ ਦੇ ਵਿੱਚ ਇੱਕ CRM ਸਕੀਮ ਹੈ, ਉਸ ਦੇ ਤਹਿਤ ਜੋ ਲਗਭਗ 1200 ਕਰੋੜ ਰੁਪਇਆ ਜਾਰੀ ਕੀਤਾ ਗਿਆ 2018 ਤੋਂ ਲੈ ਕੇ 2022 ਤੱਕ ਇਹ ਰਕਮ ਜਾਰੀ ਕੀਤੀ ਗਈ ਹੈ ਤੇ ਜੋ ਮਸ਼ੀਨਰੀ ਇਸ ਰਕਮ ਦੇ ਨਾਲ ਖਰੀਦੀ ਗਈ ਹੈ ਉਸਦੀ ਜਾਣਕਾਰੀ ਮੰਗੀ ਗਈ ਹੈ ਈਡੀ ਦੇ ਵੱਲੋਂ। ਬਿਲਕੁਲ ਠੀਕ ਹੈ ਜੀ। ਹਾਂਜੀ ਜੀ, ਤੇ ਇਸ ਕਰਕੇ ਇਹ ਜਿਹੜੀ 1200 ਕਰੋੜ ਰੁਪਏ ਦੇ ਕਪੜਾ ਮੈਂ ਜਾਣਨਾ ਚਾਹੁੰਦਾ ਹਾਂ ਕਿ CBI ED ਹਾਂਜੀ ਜਾਂ ਕੇਂਦਰੀ ਸਰਕਾਰ ਮੋਦੀ ਸਰਕਾਰ ਉਹ ਵੀ ਹੁਣ ਤੱਕ ਕਿਉਂ ਤੇ ਮੂਕ ਦਰਸ਼ਕ ਬਣੀ ਰਹੀ। ਬੜੀ ਹੈਰਾਨਕੁਨ ਗੱਲ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਅਜੇ ਤੱਕ ਜਿਹੜਾ ਕਿ ਕਾਕਾ ਰਣਜੀਤ ਸਿੰਘ ਨੇ ਪੱਤਰ ਲਿਖਿਆ ਨਾਭਾ ਨੇ ਉਹਦਾ ਹੁਣ ਤੱਕ ਜਵਾਬ ਹੀ ਨਹੀਂ ਆਇਆ ਜੀ। ਬਿਲਕੁਲ, ਇਹ ਦੇਖੋ ਬੜਾ ਹੈਰਾਨੀਜਨਕ ਆ। ਇਹਦਾ ਲੱਗਦਾ ਕਿ ਜਿਹੜੀ ਬਿਊਰੋਕ੍ਰੇਸੀ ਆ ਜਿਹੜੀ ਭਾਵੇਂ ਪੰਜਾਬ ਦੀ ਆ ਭਾਵੇਂ ਕੇਂਦਰ ਦੀ ਆ ਉਹਨਾਂ ਦੀ ਕਿਤੇ ਨਾ ਕਿਤੇ
ਇਹ ਕੋਆਰਡੀਨੇਸ਼ਨ ਹੈ ਕਿ ਵੀ ਇਹੋ ਜਿਹੇ ਮਾਮਲੇ ਦੱਬੇ ਰਹਿਣ। ਸੋ ਇਹਦੇ ਵੱਲੋਂ ਜਿਵੇਂ ਤੁਸੀਂ ਕਿਹਾ, ਜ਼ਿਕਰ ਕੀਤਾ ਕਿ ਕੋਈ ਰਿਸਪੌਂਸ ਨਹੀਂ ਆਇਆ, ਕਿਉਂਕਿ ਚਿੱਠੀ ਲਿਖੀ ਗਈ ਸੀ, ਪੱਤਰ ਲਿਖਿਆ ਗਿਆ ਸੀ। ਖੁਦ ਜੋ ਸਾਬਕਾ ਖੇਤੀਬਾੜੀ ਮੰਤਰੀ ਨੇ ਕਾਕਾ ਰਣਦੀਪ ਸਿੰਘ ਨਾਭਾ ਜੀ, ਉਹਨਾਂ ਵੱਲੋਂ ਚਿੱਠੀ ਲਿਖ ਕੇ ਖੁਦ ਆਪਣੇ ਹੀ ਵਿਭਾਗ ਦੇ ਵਿੱਚ ਘਪਲੇਬਾਜ਼ੀ ਦਾ ਪਰਦਾਫਾਸ਼ ਕਰਦੇ ਹੋਏ ਕੇਂਦਰ ਨੂੰ ਚਿੱਠੀ ਲਿਖੀ ਗਈ ਸੀ। ਸੋ ਜਿਸ ਦੇ ਉੱਤੇ ਹੁਣ ਈਡੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਰਾਸ਼ੀ ਕੇਂਦਰ ਵੱਲੋਂ ਜਾਰੀ ਕੀਤੀ ਗਈ ਹੈ ਲਗਭਗ 1200 ਕਰੋੜ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ, ਤੇ ਉਸ ਹਿਸਾਬ ਦੇ ਨਾਲ ਜੇ ਗੱਲ ਕਰੀਏ ਤਾਂ ਜੋ ਪਰਾਲੀ ਦਾ ਮੁੱਦਾ ਜੋ ਪਿਛਲੇ ਸਾਲਾਂ ਦੇ ਵਿੱਚ ਗੰਭੀਰ ਹੁੰਦਾ ਦਿਖਿਆ, ਕਿਉਂਕਿ ਲਗਾਤਾਰ ਜੋ ਪਰਾਲੀ ਸਾੜਨ ਦਾ ਮੁੱਦਾ ਉਹ ਲਗਾਤਾਰ ਗੰਭੀਰ ਬਣਿਆ ਹੋਇਆ ਸੀ, ਤੇ ਇਸ ਦੇ ਪ੍ਰਬੰਧਨ ਦੇ ਲਈ, ਪਰਾਲੀ ਦੇ ਪ੍ਰਬੰਧਨ ਦੇ ਲਈ ਇਹ ਜੋ ਰਕਮ ਹੈ ਉਹ ਜਾਰੀ ਕੀਤੀ ਗਈ ਸੀ, ਜਿਸ ਦੀ ਹੁਣ ਈਡੀ ਵੱਲੋਂ ਜਾਂਚ ਕੀਤੀ ਜਾਣੀ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਈਡੀ ਹੈ ਉਹ ਇਸ ਪ੍ਰੋਪਰ ਮਾਮਲੇ ਦੇ ਉੱਪਰ ਪੂਰੀ ਪਕੜ ਦੇ ਨਾਲ ਜਾਂਚ ਕਰ ਪਾਊਗੀ, ਜਿਸ ਤਰੀਕੇ ਦੇ ਨਾਲ ਜੋ ਕਾਕਾ ਨਾਭਾ ਜੀ ਹੈਗੇ ਨੇ ਉਹਨਾਂ ਦੇ ਵੱਲੋਂ ਪੱਤਰ ਲਿਖਿਆ ਗਿਆ ਕੇਂਦਰ ਸਰਕਾਰ ਨੂੰ? ਇਹ ਆਜ਼ਾਦ ਸਾਹਿਬ, ਇਹ ਬਿਲਕੁਲ ਠੀਕ ਹੈ। ਹੁਣ ਈਡੀ ਨੂੰ ਕਰਨਾ ਹੀ ਪਏਗਾ, ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆ ਜੀ, ਉਹਨਾਂ ਨੇ ਇੱਕ ਤਹਈਆ ਕੀਤਾ ਜੀ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨਾ। ਹਾਲਾਂਕਿ ਉਹ ਕਿੰਨਾ ਕਾਮਯਾਬ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ, ਪਰ ਜਿਹੜੀਆਂ ਮੁੱਢਲੀਆਂ ਉਹਨਾਂ ਦੀਆਂ ਕਾਰਵਾਈਆਂ ਜਾਂ ਗਤੀਵਿਧੀਆਂ ਉਹ ਲੱਗਦੀਆਂ ਨੇ ਕਿ ਲੈ ਵੀ ਇਹ ਉਹ ਬਖਸ਼ਣਗੇ ਨਹੀਂ। ਇਸ ਮਾਮਲੇ 'ਚ ਵੀ ਇਹਦੇ ਵਿੱਚ ਜਿਹੜੇ IAS ਅਧਿਕਾਰੀ ਦੇਖੋ, ਆ ਪਿਛਲੇ ਦਿਨਾਂ 'ਚ ਇੱਕ ਹੋਰ ਕਾਂਡ ਜਿਹੜਾ ਸਿੰਚਾਈ ਵਿਭਾਗ ਦਾ ਜਿਹੜਾ ਆਇਆ ਜੀ, ਉਹ ਵੀ 1000 ਕਰੋੜ ਤੋਂ ਵੱਧ ਆ ਜੀ। ਉਹ ਬੜੀ ਹੈਰਾਨਗੀ ਵਾਲੀ ਗੱਲ ਆ। ਉਹਦੇ ਵਿੱਚ ਵੀ ਉਹ IAS ਅਫਸਰ ਸਾਹਮਣੇ ਆਏ ਨੇ। ਹੁਣ ਪਤਾ ਨਹੀਂ ਕਿੰਨੀ ਸੱਚਾਈ ਉੱਭਰ ਕੇ ਸਾਹਮਣੇ ਆਉਂਦੀ ਆ, ਪਰ ਉਹ ਅਫਸਰ ਸਾਹਿਬਾਨ ਨੇ ਜਿਹੜੇ ਕਿ ਇੱਕ ਪੰਜਾਬ ਦੀ ਵਧੀਆ ਦੇਖ ਵਾਲੇ ਜਾਂ ਸੋਬਰ ਜਾਂ ਇਨਸਾਫ ਪਸੰਦ ਜਾਂ ਕਿਸਾਨ ਪੱਖੀ ਉਹ ਗਿਣੇ ਜਾਂਦੇ ਆ ਜੀ, ਇਮਾਨਦਾਰ ਗਿਣੇ ਜਾਂਦੇ ਆ ਜੀ। ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਉਹ ਬੜੀ ਇੱਕ ਵਧੀਆ ਸ਼ਖਸੀਅਤਾਂ, ਉਹਨਾਂ ਦਾ ਜ਼ਿਕਰ ਹੁੰਦਾ ਰਿਹਾ ਜੀ। ਹੁਣ ਇਹ ਜਿਹੜਾ ਉਹਨਾਂ ਤੇ ਵੀ ਦੋਸ਼ ਲੱਗਾ, ਮੰਤਰੀ ਤੇ ਹੈ ਹੀ ਹੈ, ਸਾਰਿਆਂ ਨੂੰ ਪਤਾ, ਜਰਮੇਜਰ ਸਿੰਘ ਸੇਖੋਂ ਜੀ, ਸ਼ਰਨਜੀਤ ਸਿੰਘ ਢੱਲੋਂ ਆ, ਸਿੰਚਾਈ ਵਿਭਾਗ ਦਾ ਮਾਮਲਾ ਸਾਹਮਣੇ ਆ ਰਿਹਾ ਜੀ। ਇਹਦੇ ਵਿੱਚ ਵੀ IAS ਅਫਸਰ ਜਿਹੜੇ ਆ, ਜਿਵੇਂ ਕਿ ਨਾਭਾ ਜੀ ਨੇ ਇੱਕ ਜਿਹੜਾ ਮਕੈਨੀਕਲ ਡਾਇਰੈਕਟਰ ਹੈ ਖੇਤੀਬਾੜੀ ਵਿਭਾਗ ਦਾ, ਉਹਨੂੰ ਵੀ ਇੱਕ ਕਿੰਤੂ ਪ੍ਰੰਤੂ ਕਹਿੰਦਿਆਂ ਉਹਤੇ ਵੀ ਸਵਾਲ ਉਠਾਇਆ ਕਿ ਜਦੋਂ ਮੈਂ ਇਹਦਾ ਜ਼ਿਕਰ ਕਰਦਾ ਤਾਂ ਉਹ ਵੀ ਹੁਣ ਤੱਕ ਇਹਦੇ ਤੇ ਮੂਕ ਦਰਸ਼ਕ ਬਣਿਆ ਰਿਹਾ। ਇਸ ਕਰਕੇ ਮੈਨੂੰ ਆਜ਼ਾਦ ਜੀ ਲੱਗਦਾ ਕਿ ਈਡੀ ਨੇ ਜਿਵੇਂ ਕਿ ਜਿਵੇਂ ਦੋਸ਼ ਲੱਗਦੇ ਆ ਈਡੀ ਤੇ ਕਈ ਵਾਰ ਕਿ ਕੇਂਦਰ ਸਰਕਾਰ ਜਿਵੇਂ CBI ਨੂੰ ਆਪਣਾ ਬੰਦ ਕਮਰੇ ਵਿੱਚ ਤੋਤਾ ਸਮਝ ਕੇ ਜਦੋਂ ਕਿਤੇ ਲੋੜ ਹੁੰਦੀ ਸੀਗੀ ਉਦੋਂ ਪਿੰਜਰੇ ਚੋਂ ਬਾਹਰ ਛੱਡ ਕੇ ਉਦੋਂ ਵਿਰੋਧੀਆਂ ਨੂੰ ਨਿਚੋੜਦੀ ਸੀਗੀ, ਉਦੋਂ ਚੁੰਝਾਂ ਮਰਵਾਉਂਦੀ ਸੀਗੀ ਆਪਣੇ ਨਾਲ ਜੋੜ ਲਈ। ਭਾਵੇਂ ਕਿ ਇੱਕ ਕਾਂਗਰਸ ਸਰਕਾਰ ਵੇਲੇ ਦੋਸ਼ ਲੱਗਾ ਸੀਗਾ ਕਿ ਜਿਹੜੀ CBI ਆ ਉਹ ਸੈਂਟਰ ਦਾ, ਡਾਕਟਰ ਮਨਮੋਹਨ ਸਿੰਘ ਸਰਕਾਰ ਦਾ ਉਹ ਪਿੰਜਰੇ ਦਾ ਪੰਛੀ ਆ ਜੀ, ਪਿੰਜਰੇ ਦਾ ਤੋਤਾ ਆ, ਪਰ ਈਡੀ ਆ ਇਹਦੇ ਉੱਤੇ ਵੀ ਪਿਛਲੇ ਦਿਨਾਂ 'ਚ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮੁੱਦੇ ਉਠਾਉਂਦੀਆਂ ਨੇ ਕਿ ਮੋਦੀ ਸਰਕਾਰ ਇਹਦੀ ਰਾਜਸੀ ਹਿੱਤਾਂ ਲਈ ਕਿਤੇ ਵਰਤੋਂ ਕਰ ਰਹੀ ਆ। ਪਰ ਇਹ ਤਾਂ ਖੁਦ ਜਿਹੜਾ ਇੱਕ ਮੰਤਰੀ ਰਿਹਾ ਖੇਤੀਬਾੜੀ ਵਿਭਾਗ ਦਾ, ਉਹਨੇ ਮੁੱਦਾ ਉਠਾਇਆ। ਹੁਣ ਈਡੀ ਨੂੰ ਇਹਦੇ ਉੱਤੇ ਗੰਭੀਰ ਹੋਣਾ ਹੀ ਪੈਣਾ, ਨਹੀਂ ਜੇ ਉਹਦੇ ਉੱਤੇ ਵੀ ਬਰਾਬਰ ਦੋਸ਼ ਲੱਗਣਗੇ ਉਹਨੂੰ ਵੀ ਦੋਸ਼ਾਂ ਦੇ ਕਟਹਿਰੇ ਖੜਾ ਕੀਤਾ ਜਾਵੇਗਾ। ਜਿਵੇਂ CBI ਨੂੰ ਪਿੰਜਰੇ ਦਾ ਇੱਕ ਤੋਤਾ ਕਿਹਾ ਜਾਂਦਾ ਸੀਗਾ, ਇਸ ਕਰਕੇ ਈਡੀ ਇੱਥੇ ਇਨਸਾਫ ਕਰੂਗੀ, ਉਹ ਨੋਟਿਸ ਲਏਗੀ। ਉਹ ਜਿਵੇਂ ਉਹਨਾਂ ਨੇ ਇਹਦੀਆਂ ਰਿਪੋਰਟਾਂ ਡਾਇਰੈਕਟਰ ਗੁਰਵਿੰਦਰ ਸਿੰਘ ਕੋਲੋਂ ਖੇਤੀਬਾੜੀ ਵਿਭਾਗ ਕੋਲੋਂ ਮੰਗ ਲਈਆਂ ਨੇ, ਜਿਹੜੀਆਂ ਰਿਪੋਰਟਾਂ ਨਹੀਂ ਦਿੱਤੀਆਂ ਉਹਦੀ ਖਿਚਾਈ ਵੀ ਕੀਤੀ ਆ। ਆਜ਼ਾਦ ਜੀ ਇੱਥੋਂ ਆਸ ਆ ਕਿ ਈਡੀ ਲੋਕਾਂ ਸਾਹਮਣੇ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
ਸਾਹਮਣੇ ਸ਼ੀਸ਼ਾ ਲਾਏਗੀ ਤੇ ਭ੍ਰਿਸ਼ਟਾਚਾਰੀਆਂ ਨੂੰ ਨੰਗਾ ਕਰਕੇ ਅਦਾਲਤੀ ਪ੍ਰਕਿਰਿਆ ਰਾਹੀਂ ਸਜ਼ਾਵਾਂ ਦਿਵਾਉਣ ਤੱਕ ਵੀ ਜਾਏਗੀ ਜੀ। ਸੋ ਅਗਲੀ ਖਬਰ ਦਾ ਰੁਖ ਕਰਦੇ ਹਾਂ ਐਸ ਪੁਰਸ਼ੋਤਮ ਜੀ। ਅਗਲੀ ਖਬਰ ਹੈ ਜੀ, ਓਪੀ ਸੋਨੀ ਨੇ ਸਾਬਕਾ ਸਿਹਤ ਮੰਤਰੀ ਰਹਿ ਚੁੱਕੇ ਨੇ ਤੇ ਨਾਲ ਦੀ ਨਾਲ ਸਾਬਕਾ ਡਿਪਟੀ ਸੀਐਮ ਵੀ ਸੀ। ਸੋ ਉਹਨਾਂ ਦੇ ਉੱਤੇ ਆਪਣੇ ਸਿਹਤ ਮੰਤਰੀ ਰਹਿੰਦੇ ਹੋਏ ਵੱਡੇ ਘੁਟਾਲੇ ਦੇ ਦੋਸ਼ ਲੱਗੇ ਨੇ ਤੇ ਜਿਸ ਦੀ ਰਿਪੋਰਟ ਖੁਦ ਭਗਵੰਤ ਮਾਨ ਸਰਕਾਰ ਵੱਲੋਂ ਮੰਗੀ ਗਈ ਹੈ। ਸੈਨੀਟਾਈਜ਼ਰ ਦੇ ਵਿੱਚ ਘੁਟਾਲਾ ਕੀਤਾ ਗਿਆ ਹੈ। ਕੋਵਿਡ ਮਹਾਮਾਰੀ ਦੇ ਦੌਰਾਨ ਉਹਨਾਂ ਵੱਲੋਂ ਸੈਨੀਟਾਈਜ਼ਰ ਦੀ ਖਰੀਦ ਦੇ ਵਿੱਚ ਘੁਟਾਲਾ ਕੀਤਾ ਗਿਆ। 3 ਗੁਣਾ ਵੱਧ ਰੇਟ ਤੇ ਇਹ ਸੈਨੀਟਾਈਜ਼ਰ ਖਰੀਦੇ ਗਏ ਨੇ, ਜਿਸ ਦੀ ਹੁਣ ਰਿਪੋਰਟ ਮੰਗੀ ਹੈ ਜੀ ਮਾਲੀਆ ਵਿਭਾਗ ਨੇ ਤਾਂ ਰਿਪੋਰਟ ਸਿਹਤ ਵਿਭਾਗ ਤੋਂ ਮੰਗੀ ਹੈ। ਨਾਲ ਦੀ ਨਾਲ ਭਗਵੰਤ ਮਾਨ ਨੇ ਵੀ ਇਸ ਤੇ ਹੁਣ ਰਿਪੋਰਟ ਮੰਗੀ ਆ। ਕਿਵੇਂ ਦੇਖ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਮੰਤਰੀ ਨੇ ਜੋ ਕਾਂਗਰਸ ਪਾਰਟੀ ਦੇ, ਉਹਨਾਂ ਦੇ ਉੱਤੇ ਘੁਟਾਲੇ ਦੇ ਜੋ ਦੋਸ਼ ਲੱਗ ਰਹੇ ਨੇ ਤੇ ਘੁਟਾਲੇ ਸਾਹਮਣੇ ਆ ਰਹੇ ਨੇ? ਇਹ ਆਜ਼ਾਦ ਜੀ ਇਉਂ ਲੱਗਦਾ ਕਿ ਜਿਹੜੇ ਸਾਬਕਾ ਡਿਪਟੀ ਸੀਐਮ ਜਿਹੜੇ ਕਿ ਸਿਹਤ ਮੰਤਰੀ ਵੀ ਰਹੇ ਨੇ ਜੀ, ਓਮ ਪ੍ਰਕਾਸ਼ ਸੋਨੀ ਜੀ ਜੀ ਬਿਲਕੁਲ, ਉਹਨਾਂ ਦੇ ਲੱਗਦਾ ਕੋਈ ਸਾੜ ਸਤੀ ਆਈ ਆ ਅੱਜ ਕੱਲ੍ਹ, ਕਿਉਂਕਿ ਅਜੇ ਕੱਲ੍ਹ ਹੀ ਉਹਨਾਂ ਨੂੰ ਇੱਕ ਲਾਰੈਂਸ ਬਿਸ਼ਨੋਈ ਦੇ ਇੱਕ ਗੈਂਗ ਦੇ ਮੈਂਬਰ ਵੱਲੋਂ ਉਹਨਾਂ ਨੂੰ ਫੋਨ ਕਰਕੇ ਧਮਕੀ ਭਰਿਆ ਫੋਨ ਕਰਕੇ ਜਾਨੋਂ ਮਾਰ ਦੀ ਧਮਕੀ ਦੇ ਕੇ 10 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਆ। 20 ਲੱਖ ਦੀ ਜੀ, ਮਾਫ ਕਰਨਾ, 20 ਲੱਖ ਦੀ ਫਰੋਤੀ ਦੀ ਮੰਗ ਕੀਤੀ। 20 ਲੱਖ ਰੁਪਏ ਦੀ, ਹਾਂ 20 ਲੱਖ ਰੁਪਏ ਦੀ, ਹਾਂਜੀ ਜੀ ਜੀ ਜੀ, ਚਲੋ 20 ਲੱਖ ਰੁਪਏ ਦੀ। ਇਸ ਕਰਕੇ ਉਹ 67 ਉਹਨਾਂ ਤੇ ਆਈ ਪਈ ਆ। ਇਸ ਤੋਂ ਪਹਿਲਾਂ ਉਹ ਭਾਜਪਾ ਵਿੱਚ ਵੀ ਜਾਣਾ ਚਾਹੁੰਦੇ ਸੀਗੇ। ਉਹਨਾਂ ਦੇ ਕਰੀਬੀ ਸਾਥੀ ਡਾਕਟਰ ਰਾਜ ਕੁਮਾਰ ਵੇਰਕਾ, ਉਹਨਾਂ ਨੇ ਜਾ ਕੇ ਭਾਜਪਾ ਦੇ ਕੁਨਬੇ ਸ਼ਾਮਲ ਹੋ ਕੇ ਭਾਜਪਾ ਦੇ ਪਰਿਵਾਰ 'ਚ ਵਾਧਾ ਕਰ ਦਿੱਤਾ ਜੀ। ਪਰ ਭਾਵੇਂ ਓਪੀ ਸੋਨੀ ਜੀ ਉਹਨਾਂ ਨੇ ਪ੍ਰਗਟਾਵਾ ਕੀਤਾ ਕਿ ਮੈਂ ਕਾਂਗਰਸ 'ਚ ਰਹਾਂਗਾ, ਮੇਰਾ ਭਾਜਪਾ ਜਾਣ ਦਾ ਕੋਈ ਇਰਾਦਾ ਨਹੀਂਗਾ ਜੀ, ਬਿਲਕੁਲ। ਪਰ ਸੂਤਰ ਦੱਸਦੇ ਨੇ ਕਿ ਉਹਨਾਂ ਦਾ ਰਸਤਾ ਰੋਕ ਲਿਆ ਗਿਆ। ਓਕੇ, ਜਿਹੜੇ ਅੰਮ੍ਰਿਤਸਰ ਦੇ ਸੈਂਟਰਲ ਹਲਕੇ ਤੋਂ ਉਹ ਐਮਐਲਏ ਚੁਣੇ ਜਾਂਦੇ ਰਹੇ ਆ, ਵਜ਼ੀਰ ਬਣੇ ਜਾਂਦੇ ਰਹੇ ਆ, ਉਸ ਹਲਕੇ 'ਚ ਜਿਹੜੇ ਤਾਕਤਵਰ ਇਸ ਵੇਲੇ ਭਾਜਪਾ ਦੇ ਆਗੂ ਨੇ ਜੀ, ਜਿਹੜੇ ਕੇਂਦਰੀ ਹਾਈ ਕਮਾਂਡ ਦੇ ਵਿੱਚ ਵੀ ਕਾਰਜਸ਼ੀਲ ਆ ਜੀ, ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਆ, ਉਹ ਜਿਹੜੇ ਤਾਕਤਵਰ ਜਿਹੜੇ ਕਿ ਭਾਜਪਾ ਦੇ ਆਗੂ ਨੇ, ਉਹ ਕਮੇਟੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਧਾਇਕਾਂ ਨੂੰ ਲਾਮਬੰਦ ਕਰਨ ਲਈ, ਵੋਟਬੰਦੀ ਕਰਨ ਲਈ, ਵੋਟਾਂ ਜੋੜਨ ਲਈ ਉਹ ਕਮੇਟੀ ਦੇ ਮੈਂਬਰ ਵੀ ਬਣਾਏ ਗਏ ਨੇ। ਉਹਨਾਂ ਨੂੰ ਜੇਪੀ ਨੱਡਾ ਜੀ ਨੇ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ, ਉਹਨਾਂ ਨੇ ਵੀ ਉਹਨਾਂ ਨਾਲ ਸਿਫਾਰਿਸ਼ ਕੀਤੀ ਆ। ਦੱਸਿਆ ਗਿਆ ਹੈ ਕਿ ਉਹਨਾਂ ਨੇ ਇਹਨਾਂ ਦਾ ਰਸਤਾ ਰੋਕਿਆ ਕਿ ਇਹ ਮੇਰੇ ਹਲਕੇ 'ਚ ਪੈਂਦੇ ਆ ਤੇ ਇਹਨਾਂ ਨੂੰ ਬਿਲਕੁਲ ਭਾਜਪਾ 'ਚ ਸ਼ਾਮਲ ਨਾ ਕੀਤਾ ਜਾਵੇ। ਇਸ ਕਰਕੇ ਲੱਗਦਾ ਹੈ ਕਿ ਪਹਿਲੇ ਪੜਾਅ 'ਚ ਉਹਨਾਂ ਦਾ ਰਸਤਾ ਰੋਕਿਆ ਗਿਆ। ਇਹ ਵੀ ਇੱਕ ਉਹਨਾਂ ਦੀ ਸਾੜ ਸਤੀ ਜਿਹੜੀ ਉਹਨਾਂ ਦੇ ਬਣੀ ਆ, ਉਹ ਵੀ ਇੱਕ ਉਹਦਾ ਨਤੀਜਾ ਦੱਸਿਆ ਜਾ ਰਿਹਾ ਜੀ। ਅੱਛਾ, ਤੁਸੀਂ ਕਹਿਣਾ ਚਾਹੁੰਦੇ ਹੋ ਕਿ ਓਪੀ ਸੋਨੀ ਬੀਜੇਪੀ 'ਚ ਨਹੀਂ ਗਏ ਤਾਂ ਉਹਨਾਂ ਦਾ ਘੁਟਾਲਾ ਹੁਣ ਜੱਗ ਜ਼ਾਹਰ ਹੋਣ ਵਾਲਾ? ਹਾਂ, ਹੁਣ ਆਜ਼ਾਦ ਜੀ ਜਿਹੜੀ ਗੱਲ ਹੈ, ਕਿਉਂਕਿ ਜਿਹੜੀ ਘੁਟਾਲਿਆਂ ਦਾ ਕਿ ਜਿਹੜੇ ਮੰਤਰੀ ਫਸੇ ਨੇ ਸਾਬਕਾ, ਉਹਨਾਂ ਲਈ ਇੱਕ ਜਿਹੜੀ ਭਾਜਪਾ ਹੈ ਨਾ, ਉਹ ਇੱਕ ਸੁਰੱਖਿਆ ਛਤਰੀ ਸਮਝੀ ਜਾ ਰਹੀ ਆ ਜੀ। ਉਹਦੀ ਸੁਰੱਖਿਆ ਦੀ ਛਤਰੀ ਆ, ਉਹਦੀ ਛਤਰੀ ਉੱਤੇ ਬਹਿ ਜਾਓ ਜਾਂ ਥੱਲੇ ਬਹਿ ਜਾਓ ਜਾ ਕੇ, ਤੇ ਤੁਹਾਡੇ ਉੱਤੇ ਕੋਈ ਵੀ ਦਾਗ ਨਹੀਂ ਲੱਗੇਗਾ ਤੇ ਤੁਸੀਂ ਦੁੱਧ ਧੋਤੇ ਹੋ ਜਾਓਗੇ। ਇਸ ਕਰਕੇ ਭਗਵੰਤ ਮਾਨ ਉਹਨਾਂ ਨੇ ਕਿਹਾ ਸੰਗਰੂਰ ਚੋਣ ਤੋਂ ਬਾਅਦ ਵਿਹਲੇ ਹੋ ਕੇ ਮੈਂ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਨਜ਼ਰ ਆਉਂਦੇ ਆ 4-5 ਮੰਤਰੀ ਸਾਬਕਾ, ਭਾਵੇਂ ਭਾਰਤ ਭੂਸ਼ਣ ਆ, ਭਾਵੇਂ ਤ੍ਰਿਪਤ ਬਾਜਵਾ ਆ ਜੀ, ਭਾਵੇਂ ਸੰਗਤ ਸਿੰਘ ਗਿਲਜੀਆਂ ਨੇ, ਜਾਂ ਹੁਣ ਓਪੀ ਸੋਨੀ ਦਾ ਜਿਵੇਂ ਨਾਂ ਉਜਾਗਰ ਹੋਇਆ, ਇਹਦੇ ਵਿੱਚ ਉਹਨਾਂ ਨੇ ਇੱਕ ਕਾਰਵਾਈ ਕਰਕੇ
ਉਹ ਇੱਕ ਲੋਕਾਂ ਦੇ ਉੱਤੇ, ਇੱਕ ਪ੍ਰਸ਼ਾਸਨ ਦੇ ਉੱਤੇ ਇੱਕ ਸਪਸ਼ਟ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰੀ ਕਿਤੇ ਵੀ ਸਹਿਣ ਨਹੀਂ। ਭਾਵੇਂ ਇਸ ਤੋਂ ਪਹਿਲਾਂ ਜਿਹੜੀ ਸਰਕਾਰਾਂ ਰਹੀਆਂ ਨੇ, ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਰਹੇ ਆ ਕਿ ਪੰਜਾਬ 'ਚੋਂ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹੇ ਆ, 5 ਵਾਰ ਰਹੇ ਆ। 1997 ਜਦੋਂ ਮੁੱਖ ਮੰਤਰੀ ਬਣੇ, ਉਹਨਾਂ ਨੇ ਕਿਹਾ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਤਰਜ਼ ਤੇ ਪੰਜਾਬ 'ਚ ਰਾਜ ਲਿਆਵਾਂਗਾ ਤੇ ਜਿਹੜਾ ਭ੍ਰਿਸ਼ਟਾਚਾਰੀਆਂ ਨੂੰ ਫੜਾਏਗਾ, ਉਹਨਾਂ ਮੁਲਾਜ਼ਮਾਂ ਨੂੰ ਫੜਾਏਗਾ, ਉਹਨਾਂ ਜਿਹੜਾ ਫੜਾਉਣ ਵਾਲੇ ਨੂੰ 25,000 ਰੁਪਏ ਜਿਹੜਾ ਨਕਦ ਇਨਾਮ ਦਿੱਤਾ ਜਾਵੇਗਾ। ਇੱਕ ਦੋ ਬੰਦੇ ਦਬੋਚੇ, ਮੁੜ ਕੇ ਸਮਝੌਤਾਵਾਦੀ ਸਰਕਾਰ ਹੋ ਗਈ, ਮੁੜ ਕੇ ਕਰਪਸ਼ਨ ਇੰਨੀ ਵਧੀ ਅੱਜ ਇੱਥੋਂ ਤੱਕ ਜਾ ਪਹੁੰਚੀ ਆ ਸਾਬਕਾ ਸਰਕਾਰਾਂ ਤੱਕ ਕਿ ਐਉਂ ਲੱਗਦਾ ਕਿ ਪੰਜਾਬ 'ਚ ਘੁਟਾਲਿਆਂ ਦਾ ਰਾਜ ਰਿਹਾ। ਅੱਗੇ ਆਮ ਤੌਰ ਤੇ ਇਹ ਜਿਹੜੇ ਅਰਬ ਕੰਟਰੀ ਜਾਂ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ, ਉਹਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਕਿ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ। ਪਰ ਹੁਣ ਸਵੇਰ ਤੋਂ ਸ਼ਾਮ ਤੱਕ ਕੋਈ ਚੈਨਲ ਦੇਖ ਲਓ, ਸਵੇਰੇ ਨਿਊਜ਼ਪੇਪਰ ਦੇਖ ਲਓ, ਤੁਹਾਨੂੰ ਰਿਸ਼ਵਤਖੋਰੀ ਨਜ਼ਰ ਆਏ। ਜਿੱਥੋਂ ਤੱਕ ਓਪੀ ਸੋਨੀ ਦਾ ਤੁਸੀਂ ਜ਼ਿਕਰ ਕੀਤਾ, ਮੈਂ ਇੱਥੇ ਇੱਕ ਗੱਲ ਹੋਰ ਕਰਨੀ ਚਾਹਾਂਗਾ। ਇੱਕ ਸਮਾਂ ਸੀਗਾ ਆਜ਼ਾਦ ਸਿੰਘ ਜੀ, ਇਹ ਜਿਹੜੇ ਨਾ ਚੰਬਲ ਦੀ ਘਾਟੀ, ਚੰਬਲ ਦੀਆਂ ਘਾਟੀਆਂ ਮੱਧ ਪ੍ਰਦੇਸ਼ ਦੇ ਵਿੱਚ, ਜੀ ਬਿਲਕੁਲ, ਉਹਨਾਂ ਵਿੱਚ ਕੋਈ ਡਾਕੂ ਸੋਹਣ ਸਿੰਘ, ਡਾਕੂ ਮੋਹਨ ਸਿੰਘ, ਡਾਕੂ ਮੋਹਰ ਸਿੰਘ ਜਾਂ ਡਾਕੂ ਫੂਲਾ ਰਾਣੀ, ਉਹ ਕੀ ਕਰਦੇ ਸੀਗੇ ਉਹਨਾਂ ਸਮਿਆਂ 'ਚ? ਉਹ ਲੁੱਟਾਂ ਖੋਹਾਂ ਕਰ ਲੈਂਦੇ ਸੀਗੇ, ਪਰ ਫਿਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਇਨਕਾਊਂਟਰ ਹੋਣ ਦਾ, ਕਿ ਉਹਨਾਂ ਨੂੰ ਇਹ ਸੀਗਾ ਕੋਈ ਮੁਖਬਰੀ ਕਰੂਗਾ ਮੇਰੀ, ਤੇ ਉਹ ਜਿਹੜੇ ਡਾਕੂ ਸੀਗੇ ਉਹਨਾਂ ਦਾ ਇਨਕਾਊਂਟਰ ਹੁੰਦਾ, ਮਾਰਿਆ ਜਾਂਦਾ ਸੀ। ਜੀ ਬਿਲਕੁਲ। ਮੈਂ ਇਹ ਸੋਚਦਾ ਇਹ ਜਿਹੜਾ ਅੱਜ ਆ, ਇਹ ਚੰਬਲ ਦੀ ਘਾਟੀ ਤਾਂ ਨਹੀਂ ਕਹੀ ਜਾ ਸਕਦੀ, ਪਰ ਏਸੀ ਕਮਰਿਆਂ ਦੇ ਵਿੱਚ ਰਹਿ ਕੇ ਉਂਝ ਹੀ ਲੁੱਟ ਖਸੁੱਟ ਹੁੰਦੀ ਆ ਜਿਵੇਂ ਉਹ ਡਾਕੂ ਕਰਦੇ ਰਹੇ ਆ। ਜੀ ਬਿਲਕੁਲ। ਉਹਨਾਂ ਨੂੰ ਇਹ ਸੀਗਾ ਕਿ ਮੁਖਬਰ ਕੋਈ ਇਤਲਾਹ ਦੇ ਕੇ ਇਨਕਾਊਂਟਰ ਨਾ ਹੋ ਜਾਏ, ਸਾਡਾ ਮੁਕਾਬਲਾ ਨਾ ਹੋ ਜਾਏ। ਹੁਣ ਇਹਨਾਂ ਨੂੰ ਇਹ ਆ, ਹੁਣ ਈਡੀ ਆ ਜਾਏਗੀ, ਵਿਜੀਲੈਂਸ ਆ ਜਾਏਗੀ, ਤੇ ਚਲੋ ਘੱਟੋ ਘੱਟ ਮਰਾਂਗੇ ਨਹੀਂ ਤੇ ਚਲੋ 2-3 ਮਹੀਨੇ ਜੇਲ੍ਹ ਕੱਟ ਕੇ ਫਿਰ ਸ਼ੁਰੂ ਹੋ ਜਾਵਾਂਗੇ। ਜੀ ਇਸ ਕਰਕੇ ਭਗਵੰਤ ਮਾਨ ਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਇੱਕ ਸਿਸਟਮ ਪੈਦਾ ਹੋ ਚੁੱਕਾ, ਚੰਬਲ ਦੀ ਘਾਟੀ ਦੀ ਤਰਜ਼ ਤੇ ਲੋਕਾਂ ਲੁੱਟਾਂ ਦਾ, ਇਹਨਾਂ ਨੂੰ ਨਕੇਲ ਪਾਉਣੀ ਹੀ ਪਏਗੀ। ਜਿਹੜੀ ਸੋਨੀ ਸਾਹਿਬ ਦੀ ਤੁਸੀਂ ਗੱਲ ਕੀਤੀ ਆ, ਸੋਨੀ ਸਾਹਿਬ ਇਸ ਕਰਕੇ ਕਿ ਅਜੇ ਤੱਕ ਉਹ ਦੋਸ਼ੀ ਨਹੀਂ ਗਏ, ਕਿਉਂਕਿ ਇੱਕ ਅਜੇ ਇਲਜ਼ਾਮ ਉੱਭਰ ਕੇ ਸਾਹਮਣੇ ਆਇਆ। ਜੀ ਬਿਲਕੁਲ। ਮਾਲੀਆ ਵਿਭਾਗ ਨੇ, ਕਿਉਂਕਿ ਕੋਰੋਨਾ ਕੋਵਿਡ-19 ਜਿਹਨੂੰ ਕਹਿੰਦੇ ਆ, ਕੋਰੋਨਾ ਮਹਾਮਾਰੀ, ਉਹਨੂੰ ਇੱਕ ਕੁਦਰਤੀ ਆਫਤ ਐਲਾਨਿਆ ਗਿਆ। ਜੀ ਬਿਲਕੁਲ। ਉਹਦੇ ਵਿੱਚ ਫੰਡ ਸੀਗੇ, ਉਦੋਂ ਜੋ ਕਿਸੇ ਨੇ ਰੇਟ ਤੇ ਮਿਲਿਆ ਉਹ ਲੈ ਲਿਆ। ਉਹਨਾਂ ਦੌਰਾਨ ਜੀ ਪੁਰਸ਼ੋਤਮ ਜੀ, ਜੇਕਰ ਗੱਲ ਕੀਤੀ ਜਾਵੇ ਤਾਂ ਮਾਲੀਆ ਵਿਭਾਗ ਵੱਲੋਂ 571 ਕਰੋੜ ਰੁਪਏ ਜੋ ਨੇ ਜਾਰੀ ਕੀਤੇ ਗਏ ਸੀ ਕੋਵਿਡ-19 ਦੇ ਦੌਰਾਨ, ਤੇ ਨਾਲ ਦੀ ਨਾਲ 571 ਕਰੋੜ ਦੇ ਵਿੱਚੋਂ 475.83 ਕਰੋੜ ਰੁਪਏ ਦੀ ਜੋ ਰਾਸ਼ੀ ਦੇ ਵਰਤੋਂ ਹੋ ਗਈ ਹੈ, ਤੇ ਬਾਕੀ ਜੋ ਬਚਦੇ ਨੇ 93 ਕਰੋੜ ਰੁਪਏ, ਉਸ ਦਾ ਹਿਸਾਬ ਕਿਤਾਬ 95 ਕਰੋੜ ਰੁਪਏ ਉਸ ਦਾ ਹਿਸਾਬ ਕਿਤਾਬ ਮੰਗਿਆ, ਤੇ ਨਾਲ ਦੀ ਨਾਲ ਇਸ ਦੇ ਉੱਤੇ ਰਿਪੋਰਟ ਵੀ ਮੰਗੀ ਆ ਭਗਵੰਤ ਮਾਨ ਨੇ। ਇਹਦੇ ਉੱਤੇ ਬੜੀ ਮੇਰੀ ਸੰਖੇਪ ਦੀ ਟਿੱਪਣੀ ਆ ਜੀ ਕਿ ਕੋਵਿਡ-19 ਉਦੋਂ ਵੀ ਚੋਣਾਂ ਦੀ ਨਾਲ ਤਿਆਰੀ ਸ਼ੁਰੂ ਹੋ ਗਈ। ਜੀ ਜਿਹੜਾ ਚੋਣ ਵਿਭਾਗ ਆ, ਪੰਜਾਬ ਦਾ ਇਲੈਕਸ਼ਨ ਵਿਭਾਗ ਆ, ਜੀ ਉਹਨਾਂ ਤਾਂ ਜਿਹੜਾ ਸੈਨੀਟਾਈਜ਼ਰ ਜਿਹੜੇ ਬੋਤਲਾਂ ਸੀਗੀਆਂ, ਉਹੀ ਬੋਤਲਾਂ ਜੋ ਦੱਸਿਆ ਜਾ ਰਿਹਾ, ਉਹਦੇ 54 ਰੁਪਏ ਤੇ ਕੁਝ ਪੈਸੇ ਹਿਸਾਬ ਨਾਲ ਖਰੀਦੀਆਂ। ਤੇ ਜਿਹੜਾ ਸੈਨੀਟਾਈਜ਼ਰ ਜਿਹੜਾ ਸਿਹਤ ਵਿਭਾਗ ਨੇ, ਜਿਹਦੇ ਉੱਤੇ ਜਿਹੜੀ ਫਾਈਲ ਦੇ ਉੱਤੇ ਬਕਾਇਦਾ ਓਮ ਪ੍ਰਕਾਸ਼ ਸੋਨੀ ਦੇ ਬਤੌਰ ਸਿਹਤ ਮੰਤਰੀ ਹੁੰਦਿਆਂ ਸਿਗਨੇਚਰ ਨੇ, ਹਸਤਾਖਰ ਨੇ, ਦਸਤਖਤ ਨੇ,
जी ਉਹ 160 रुपए प्रति बोतल जी बिल्कुल सैनिटाइजर खरीद की गई। जी बिल्कुल इस करके एक अधिकारी ਨਾਲ ਮੇਰੀ ਗੱਲ ਹੋ ਰਹੀ ਸੀਗੀ, ਉਹ ਪ੍ਰਗਟਾਵਾ ਵੀ ਉਹਨਾਂ ਕੀਤਾ ਕਿ ਇੱਕ ਇੱਕੋ ਕਿਸਮ ਦੀ ਚੀਜ਼ ਜਿਹੜੀ ਦੋ ਰੇਟਾਂ ਤੇ ਖਰੀਦੀ ਜਾਵੇ ਜੀ ਉਹਦੇ ਵਿੱਚੋਂ ਕਿਤੇ ਨਾ ਕਿਤੇ ਘੁਟਾਲੇ ਦੀ ਬਦਬੂ ਜ਼ਰੂਰ ਆਉਂਦੀ ਆ। ਬਿਲਕੁਲ ਇਹ ਬਾਕੀ ਤਾਂ ਜਾਂਚ ਤੋਂ ਪਤਾ ਲੱਗੇਗਾ ਕਿ 95 ਕਰੋੜ ਰੁਪਏ ਵਾਪਸ ਵੀ ਕਿਉਂ ਨਹੀਂ ਹੁਣ ਤੱਕ ਹੋਏ, ਜਦੋਂ ਕਿ ਸਰਕਾਰ ਨੂੰ ਖਤਮ ਹੋਇਆ ਇਹਨਾਂ ਦਾ ਸਮਾਂ ਜਿਹੜਾ ਖਤਮ ਹੋ ਚੁੱਕਾ 3 ਮਹੀਨੇ ਤੋਂ ਵੱਧ ਹੋ ਗਿਆ ਜੀ। ਉਸ ਤੋਂ ਪਹਿਲਾਂ ਵੀ ਜਿਹੜਾ ਇਲੈਕਸ਼ਨ ਪੀਰੀਅਡ ਚੱਲਦਾ ਰਿਹਾ ਉਦੋਂ ਬਕਾਇਦਾ ਵਿਭਾਗ ਨੇ ਜਾਂ ਸਿਹਤ ਮੰਤਰੀ ਜੋ ਇਹ ਸੀਗੇ ਡਿਪਟੀ ਸੀਐਮ ਹੀ ਰਹੇ ਆ, ਇਹਨਾਂ ਨੇ ਕਿਉਂ ਨਹੀਂ ਉਚੇਚ ਕਰਕੇ ਜਿਹੜਾ 95 ਕਰੋੜ ਰੁਪਈਆ ਉਹ ਵਾਪਸ ਕਿਉਂ ਨਹੀਂ ਭੇਜਿਆ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਲਕੂਨਾ ਨਜ਼ਰ ਆਉਂਦਾ, ਕੁਝ ਨਾ ਕੁਝ ਅਜਿਹੀ ਬਾਤ ਹੈ ਕਿ ਸ਼ੋਰ ਮਚ ਰਿਹਾ। ਇਸ ਕਰਕੇ ਜਿਹੜੀ ਆ ਸੋਨੀ ਸਾਹਿਬ ਦਾ ਜਿਹੜਾ ਘੁਟਾਲਾ ਆ ਇਹ ਉਸੇ ਲਾਈਨ 'ਚ ਆਊਗਾ ਜੋ ਨਜ਼ਰ ਆ ਰਿਹਾ। ਭਗਵੰਤ ਮਾਨ ਨੇ ਜਿਵੇਂ ਇਹਦਾ ਨੋਟਿਸ ਲਿਆ, ਜਿਵੇਂ ਭਾਰਤ ਭੂਸ਼ਣ ਦਾ, ਜਿਵੇਂ ਰਜਿੰਦਰ ਦਾ ਬਾਜਵਾ ਦੀ ਤੇ ਗੱਲ ਕੀਤਾ ਜਾ ਰਿਹਾ, ਸੰਗਤ ਸਿੰਘ ਗਿਲਜੀਆਂ ਦਾ, ਧਰਮ ਸੋਖ ਅੰਦਰ ਬੈਠੇ ਨੇ ਜੋਗਿੰਦਰਪਾਲ ਜੀ, ਉਹਨਾਂ ਨੂੰ ਵੱਖਰੇ ਇੱਕ ਕਾਂਡ 'ਚ ਫੜ ਕੇ ਰੇਤ ਮਾਈਨਿੰਗ 'ਚ ਅੰਦਰ ਦਿੱਤਾ ਪਿਆ, ਭਾਵੇਂ ਉਹ ਬਿਮਾਰ ਨੇ, ਜ਼ਮਾਨਤ ਹੋ ਗਈ ਉਹਨਾਂ ਦੀ। ਇਸ ਕਰਕੇ ਇਹ ਜਿਹੜਾ ਇੱਕ ਮੁਹਿੰਮ ਚੱਲੀ ਆ ਜਿਹੜੀ ਭਗਵੰਤ ਮਾਨ ਨੇ ਚਲਾਈ ਆ, ਇਹ ਇੱਕ ਪੰਜਾਬ ਲਈ ਸ਼ੁਭ ਸ਼ਗਨ ਆ। ਸ਼ਾਇਦ ਲੋਕਾਂ ਦਾ ਫਿਰ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਬਣ ਜਾਵੇ ਕਿ ਪ੍ਰਸ਼ਾਸਨ ਨਿਆਂ ਕਰਦਾ ਜੀ। ਸੋ ਬਹੁਤ ਮਿਹਰਬਾਨੀ ਐਸ ਪੁਰਸ਼ੋਤਮ ਜੀ, ਤੁਸੀਂ ਵਡਮੁੱਲੀ ਜਾਣਕਾਰੀ ਜੋ ਸਾਨੂੰ ਦਿੱਤੀ, ਦਰਸ਼ਕਾਂ ਨੂੰ ਤੱਕ ਪਹੁੰਚਾਈ, ਸੋ ਉਸ ਦੇ ਲਈ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ ਜੀ। ਜੀ। ਸੋ ਇਹ ਸਨ ਐਸ ਪੁਰਸ਼ੋਤਮ ਜੋ ਕਿ ਸੀਨੀਅਰ ਪੱਤਰਕਾਰ ਨੇ, ਵੱਖ ਵਿਸ਼ਿਆਂ ਦੇ ਉੱਤੇ ਆਪਣੇ ਵਿਚਾਰ ਉਹਨਾਂ ਵੱਲੋਂ ਦਿੱਤੇ ਗਏ ਨੇ ਤੇ ਜਿਸ ਤਰੀਕੇ ਦੇ ਨਾਲ ਮਾਨ ਸਰਕਾਰ ਜੋ ਹੈ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਭ੍ਰਿਸ਼ਟ ਮੰਤਰੀਆਂ ਤੇ ਭ੍ਰਿਸ਼ਟ ਡਿਪਾਰਟਮੈਂਟਾਂ ਦੇ ਖਿਲਾਫ, ਤੇ ਨਾਲ ਦੀ ਨਾਲ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਦੀ ਹੋਈ ਨਜ਼ਰ ਆ ਰਹੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਮਾਨ ਸਰਕਾਰ ਹੋਰ ਕਿਸ ਤਰ੍ਹਾਂ ਦੇ ਜੋ ਘੁਟਾਲੇ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਏ ਨੇ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਭ੍ਰਿਸ਼ਟ ਮੰਤਰੀਆਂ ਨੂੰ, ਸਾਬਕਾ ਮੰਤਰੀਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਦੀ ਹੈ। ਦੇਖਣਾ ਵਾਕਈ ਦਿਲਚਸਪ ਹੋਵੇਗਾ। ਤੁਸੀਂ ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਵਿਨਿੰਗ ਪੰਜਾਬ, ਫਿਰ ਹੋਵਾਂਗੇ ਹਾਜ਼ਰ।